ਡੀਅਰ ਸਟੂਡੈਂਟਸ, ਅਸੀਂ ਇਹ ਜਿਹੜਾ ਟੌਪਿਕ ਹੈ ਇਹਦੇ ਵਿੱਚ ਐਰਰਸ ਆਫ ਮੈਜ਼ਰਮੈਂਟ ਕਰ ਰਹੇ ਹਾਂ। ਪ੍ਰੈਕਟੀਕਲ ਕਰਨ ਵੇਲੇ ਸਾਨੂੰ ਕਿਹਾ ਜਾਂਦਾ ਹੈ ਵੀ ਏਰੀਆ ਫਾਈਂਡ ਆਊਟ ਕਰੋ। ਸਪੋਜ਼ ਏਰੀਆ ਆਫ ਏ ਸਰਕੂਲਰ ਡਰਮ, ਜਾਂ ਸਾਨੂੰ ਕਿਸੇ ਸਫੀਅਰ ਦਾ ਏਰੀਆ ਕੱਢਣ ਲਈ ਕਿਹਾ ਜਾਂਦਾ ਹੈ। ਉਹਦੇ ਲਈ ਅਸੀਂ ਉਹਦਾ ਡਾਇਆਮੀਟਰ ਪਤਾ ਕਰਨਾ ਹੋਏਗਾ। ਜਾਂ ਸਾਨੂੰ ਰੈਕਟੈਂਗਲ ਦਾ ਏਰੀਆ ਕੱਢਣ ਲਈ ਕਿਹਾ ਜਾਂਦਾ ਹੈ, ਸਾਨੂੰ ਉਹਦੀ ਲੈਂਥ ਤੇ ਬ੍ਰੈਡਥ ਨੋਟ ਕਰਨੀ ਪਏਗੀ। ਜਿਹੜੀ ਵੀ ਅਸੀਂ ਮੈਜ਼ਰਮੈਂਟ ਕਰਦੇ ਹਾਂ ਉਹਦੇ ਵਿੱਚ ਸਾਡੇ ਤੋਂ ਕੋਈ ਨਾ ਕੋਈ ਐਰਰ ਹੋਣਾ ਸੁਭਾਵਿਕ ਹੈ। ਇੱਕ ਫਾਈਨਲ ਸਾਡਾ ਏਮ ਹੁੰਦਾ ਐਕਸਪੈਰੀਮੈਂਟ ਕਰਨ ਦਾ। ਉਹਦੇ ਵਿੱਚ ਕੁਝ ਪੈਰਾਮੀਟਰ ਨੂੰ ਅਸੀਂ ਨੋਟ ਡਾਊਨ ਕਰਨਾ ਹੁੰਦਾ, ਜਿਨ੍ਹਾਂ ਦੇ ਬੇਸ ਤੇ ਸਾਡਾ ਏਮ ਪੂਰਾ ਹੋਣਾ ਹੁੰਦਾ। ਕੋਈ ਚੀਜ਼ ਨੂੰ ਅਸੀਂ ਕੈਲਕੂਲੇਟ ਕਰਨਾ ਹੁੰਦਾ। ਜਦੋਂ ਇਕੱਲੇ ਪੈਰਾਮੀਟਰ ਦੇ ਵਿੱਚ ਮਿਣਤੀ ਦੌਰਾਨ ਜਿਹੜੀ ਵੀ ਐਰਰ ਅਸੀਂ ਕਮਿਟ ਕਰਾਂਗੇ, ਉਹ ਫਾਈਨਲ ਸਾਡਾ ਜਿਹੜਾ ਏਮ ਆਫ ਐਕਸਪੈਰੀਮੈਂਟ ਹੈ ਉਹਦੇ ਵਿੱਚ ਕੁਝ ਐਰਰ ਲੈ ਕੇ ਆਏਗੀ। ਇਸ ਕਰਕੇ ਇੰਡੀਵਿਜੂਅਲ ਜਿਹੜੇ ਪੈਰਾਮੀਟਰ, ਜਿਹੜੀ ਮਿਣਤੀ, ਇਟ ਇਜ਼ ਵੈਰੀ ਇੰਪੋਰਟੈਂਟ। ਤੇ ਐਰਰ ਹੁੰਦੀ ਕੀ ਹੈ ਮੈਜ਼ਰਮੈਂਟ ਵੇਲੇ? ਕਿਸ ਚੀਜ਼ ਨੂੰ ਅਸੀਂ ਐਰਰ ਕਹਿੰਦੇ ਹਾਂ? ਇਟ ਇਜ਼ ਅ ਡਿਫਰੈਂਸ ਬਿਟਵੀਨ ਟਰੂ ਵੈਲਿਊ ਐਂਡ ਮੈਜ਼ਰਡ ਵੈਲਿਊ। ਕੋਈ ਵੀ ਪੈਰਾਮੀਟਰ ਹੈ, ਕੋਈ ਲੈਂਥ ਹੈ, ਕੋਈ ਬ੍ਰੈਡਥ ਹੈ, ਅਸੀਂ ਕੋਈ ਟਾਈਮ ਇੰਟਰਵਲ ਨੋਟ ਕਰਦੇ ਹਾਂ, ਕੋਈ ਵੇਟ ਨੋਟ ਕਰਦੇ ਹਾਂ, ਸਪੋਜ਼ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਕੱਢਦੇ ਹਾਂ। ਕੋਈ ਵੀ ਪੈਰਾਮੀਟਰ ਹੈ ਉਹਦੇ ਕੋਈ ਨਾ ਕੋਈ ਟਰੂ ਵੈਲਿਊ ਹੋਏਗੀ। ਅਸੀਂ ਉਹ ਵੈਲਿਊ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਮੈਜ਼ਰ ਕਰਦੇ ਹਾਂ, ਤਾਂ ਸਾਡੇ ਵੱਲੋਂ ਮੈਜ਼ਰਡ ਵੈਲਿਊ ਦੀ ਕੋਸ਼ਿਸ਼ ਹੋਏਗੀ ਸਾਡੇ ਵੱਲੋਂ ਵੀ ਟਰੂ ਵੈਲਿਊ ਦੇ ਕਲੋਜ਼ ਹੋਵੇ। ਜਿਨ੍ਹਾਂ ਦੋਨਾਂ 'ਚ ਡਿਫਰੈਂਸ ਹੋਏਗਾ ਉਹਨੂੰ ਅਸੀਂ ਐਰਰ ਆਫ ਮੈਜ਼ਰਮੈਂਟ ਕਹਿੰਦੇ ਹਾਂ। ਟਾਈਪਸ ਆਫ ਐਰਰਸ ਇਨ ਮੈਜ਼ਰਮੈਂਟ। ਕਿੰਨੇ ਤਰ੍ਹਾਂ ਦੀਆਂ ਮੈਜ਼ਰਮੈਂਟ ਦੇ ਦੌਰਾਨ ਹੋਣ ਵਾਲੀਆਂ ਐਰਰਸ ਹੁੰਦੀਆਂ ਨੇ? ਕਿੰਨੀ ਤਰ੍ਹਾਂ ਦੀਆਂ ਐਰਰਸ ਹੋ ਸਕਦੀਆਂ ਨੇ? ਇੱਕ ਨੂੰ ਅਸੀਂ ਸਿਸਟਮੈਟਿਕ ਐਰਰ ਕਹਿੰਦੇ ਆ, ਇੱਕ ਨੂੰ ਅਸੀਂ ਰੈਂਡਮ ਐਰਰ ਕਹਿੰਦੇ ਆ, ਇੱਕ ਨੂੰ ਅਸੀਂ ਗ੍ਰੋਸ ਐਰਰ ਕਹਿੰਦੇ ਆ। ਸਿਸਟਮੈਟਿਕ ਐਰਰਸ ਆਰ ਨੋਨ ਟੂ ਦਾ ਆਬਜ਼ਰਵਰ। ਜਿਹੜਾ ਮੈਜ਼ਰਮੈਂਟ ਕਰ ਰਿਹਾ ਕੋਈ, ਉਹ ਕੁਝ ਐਰਰਸ ਦਾ ਉਹਨੂੰ ਪਤਾ ਹੀ ਹੈ ਵੀ ਹੋਣ ਵਾਲੀਆਂ ਨੇ। ਮੰਨ ਲਓ ਕੋਈ ਥਰਮਾਮੀਟਰ ਹੈ, ਉਹਨੂੰ ਪਤਾ ਹੈ ਵੀ ਇਹ ਰੀਡਿੰਗ ਸਹੀ ਨਹੀਂ ਦੇ ਰਿਹਾ, ਇਹ 1 ਡਿਗਰੀ ਘੱਟ ਦੇ ਰਿਹਾ ਜਾਂ 1 ਡਿਗਰੀ ਵੱਧ ਦੇ ਰਿਹਾ, ਤਾਂ ਉਹ ਕਿਸੇ ਮੈਜ਼ਰਿੰਗ ਇੰਸਟਰੂਮੈਂਟ ਦੇ ਵਿੱਚ ਕੋਈ ਇੰਪਰਫੈਕਸ਼ਨ, ਕੋਈ ਘਾਟ ਹੋਣ ਦੇ ਨਾਲ ਜਿਹੜੀਆਂ ਐਰਰਸ ਆਉਂਦੀਆਂ ਨੇ, ਜਿਹਦਾ ਉਹਨੂੰ ਪਹਿਲਾਂ ਹੀ ਪਤਾ ਵੀ ਇੰਨੀ ਐਰਰ ਜਾਂ ਵੱਧ ਆਏਗੀ, ਇੰਨੀ ਐਰਰ ਘੱਟ ਆਏਗੀ, ਉਹਨਾਂ ਨੂੰ ਅਸੀਂ ਸਿਸਟਮੈਟਿਕ ਐਰਰਸ ਕਹਿੰਦੇ ਆ। ਕਿਉਂਕਿ ਉਹਨਾਂ ਐਰਰਸ ਦਾ ਸਾਨੂੰ ਪਹਿਲਾਂ ਹੀ ਪਤਾ ਹੈ, ਇਸ ਕਰਕੇ ਉਹਨੂੰ ਅਸੀਂ ਐਰਰਸ ਨੂੰ ਰੈਕਟੀਫਾਈ ਕਰ ਸਕਦੇ ਹਾਂ। ਜੇ ਸਾਨੂੰ ਪਤਾ ਵੀ 2 ਡਿਗਰੀ ਵੱਧ ਦੱਸਦਾ, ਜੇ 92 ਡਿਗਰੀ ਦਿਖਾਇਆ, ਤਾਂ ਅਸੀਂ ਕਹਾਂਗੇ ਵੀ ਅਸਲ 'ਚ ਜਿਹੜਾ ਸਹੀ ਜਿਹੜੀ ਵੈਲਿਊ ਇਟ ਇਜ਼ 90 ਡਿਗਰੀ, ਕਿਉਂਕਿ ਥਰਮੋਮੀਟਰ 2 ਡਿਗਰੀ ਪਹਿਲਾਂ ਹੀ ਵੱਧ ਦੱਸਦਾ ਹੈ। Therefore, systematic errors are known and can be minimized. Example, in imperfection in the design of measuring instrument. For example, कोई weight balance है, कोई तकड़ी है, वो ਵੱਧ ਘੱਟ ਤੋਲਦੀ ਹੋ ਸਕਦੀ ਹੈ, ਅਸੀਂ ਉਹਨੂੰ rectify ਕਰ ਸਕਦੇ। Therefore, these errors can be rectified. ਅੱਗੇ ਵੀ random error। random error ਇਹ ਕਦੋਂ ਹੁੰਦੀ ਹੈ, ਕਦੋਂ ਅਕਰ ਹੁੰਦੀ ਹੈ? ਰੈਂਡਮ ਐਰਰਸ ਅਕਰ ਇਰੈਗੂਲਰਲੀ। ਇਰੈਗੂਲਰ ਦਾ ਮਤਲਬ ਕਦੇ ਆ ਜਾਣਾ, ਕਦੇ ਨਾ ਆਉਣਾ। ਡਿਊ ਟੂ ਅਨਪ੍ਰੈਡਿਕਟੇਬਲ, ਜਿਹਦੇ ਬਾਰੇ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ, ਵੇਰੀਏਸ਼ਨਸ ਇਨ ਐਕਸਪੈਰੀਮੈਂਟਲ ਕੰਡੀਸ਼ਨਸ, these are also called chance errors. For example, same person repeats same observation and may get different readings every time. मैं अपना बॉडी टैंपरेचर ਜਾਂ ਮੈਂ ਆਪਣਾ ਬਲੱਡ ਪ੍ਰੈਸ਼ਰ ਨੋਟ ਕਰ ਰਿਹਾ, ਇੱਕ ਵਾਰੀ ਨੋਟ ਕੀਤਾ, ਦੂਜੀ ਵਾਰ ਨੋਟ ਕੀਤਾ, ਤੀਜੀ ਵਾਰ ਨੋਟ ਕੀਤਾ, ਜਾਂ ਕੋਈ ਨਰਸਿੰਗ ਹੋਮ ਦੇ ਵਿੱਚ ਜਾਂਦੇ ਆ, ਉਹ ਆਪਣਾ ਬਲੱਡ ਪ੍ਰੈਸ਼ਰ ਨੋਟ ਕਰਦਾ, ਇਹ ਦੂਸਰੀ ਵਾਰ ਰਿਪੀਟ ਕਰਦਾ, ਤੀਸਰੀ ਵਾਰ, ਚੌਥੀ ਵਾਰ, ਹਰੇਕ ਵਾਰੀ ਕੁਝ ਨਾ ਕੁਝ ਵੇਰੀਏਸ਼ਨ ਆ ਸਕਦੀ ਹੈ। ਇਹ ਰੈਂਡਮ ਐਰਰ ਹੈ। ਸਾਨੂੰ ਕਿਵੇਂ ਪਤਾ ਲੱਗੇਗਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਵੈਲਿਊ ਸਹੀ ਹੈ, ਮੈਜ਼ਰਡ ਵੈਲਿਊ ਕਿਹੜੀ ਗਲਤ ਹੈ? ਇਸ ਕਰਕੇ ਕਰਾਂਗੇ ਅਸੀਂ
ਬਹੁਤ ਸਾਰੇ ਆਬਜ਼ਰਵੇਸ਼ਨ ਲਵਾਂਗੇ ਤੇ ਇਹਨਾਂ ਨੂੰ ਘਟਾਉਣ ਦੇ ਲਈ ਕੀ ਕਰਾਂਗੇ, ਮਿਨੀਮਾਈਜ਼ ਕਰਨ ਦੇ ਲਈ ਸਾਰਿਆਂ ਨੂੰ, ਟੂ ਮਿਨੀਮਾਈਜ਼ ਰੈਂਡਮ ਐਰਰਸ ਵੀ ਟੇਕ ਲਾਰਜ ਨੰਬਰ ਆਫ ਆਬਜ਼ਰਵੇਸ਼ਨਸ ਐਂਡ ਦੈਨ ਟੇਕ देयर ਐਵਰੇਜ ਔਰ ਮੀਨ ਵੈਲਿਊ। ਮੀਨ ਵੈਲਿਊ ਕੀ ਹੁੰਦੀ ਹੈ, ਐਵਰੇਜ ਵੈਲਿਊ। ਐਵਰੇਜ ਕਿਵੇਂ ਕੱਢਦੇ ਆ, ਜੇ ਮੰਨ ਲਓ ਤੁਹਾਡੇ ਐਵਰੇਜ ਨੰਬਰ ਪਤਾ ਕਰਨੇ ਹੁਣ ਤੁਹਾਡੇ ਪੇਪਰਾਂ ਦੇ ਵਿੱਚ ਪਰਸੈਂਟੇਜ ਕੱਢਣ ਤੋਂ ਪਹਿਲਾਂ ਸਾਨੂੰ ਐਵਰੇਜ ਮਾਰਕਸ ਆਬਟੇਨ ਬਾਈ ਅ ਸਟੂਡੈਂਟ ਕੱਢਣੇ ਹੋਣ। ਸਪੋਜ਼ 3 ਪੇਪਰ ਨੇ ਤੁਹਾਡੇ, ਫਿਜ਼ਿਕਸ, ਕੈਮਿਸਟਰੀ, ਮੈਥ। ਫਿਜ਼ਿਕਸ ਦੇ ਵਿੱਚੋਂ ਤੁਹਾਡੇ 50 ਨੰਬਰ ਨੇ, ਫਿਜ਼ਿਕਸ ਦੇ ਵਿੱਚੋਂ 50 ਨੇ, ਮੈਥ ਦੇ ਵਿੱਚੋਂ 60 ਨੇ, ਕੈਮਿਸਟਰੀ ਦੇ ਵਿੱਚੋਂ ਸਪੋਜ਼ 70। ਤਾਂ ਐਵਰੇਜ ਵੈਲਿਊ ਤੁਹਾਡੀ ਕੱਢਣੀ ਹੋਵੇ, ਕਿੰਨੇ ਮਾਰਕਸ ਆਬਟੇਨ ਕੀਤੇ ਨੇ ਈਚ ਸਬਜੈਕਟ, ਤਿੰਨਾਂ ਨੂੰ ਐਡ ਕਰਾਂਗੇ, 50 + 60 + 70 ਡਿਵਾਈਡਡ ਬਾਈ 3 ਸਬਜੈਕਟਸ ਨੇ, ਤਿੰਨਾਂ ਨਾਲ ਡਿਵਾਈਡ ਕਰਾਂਗੇ। ਇਹ ਤੁਹਾਡੇ ਐਵਰੇਜ ਮਾਰਕਸ ਜਿਹੜੇ ਤੁਸੀਂ ਆਬਟੇਨ ਕੀਤੇ ਫਾਰ ਐਨੀ ਪੇਪਰ, ਫਾਰ ਐਨੀ ਪੇਪਰ। ਇਸ ਕਰਕੇ ਜਦੋਂ ਵੀ ਰੈਂਡਮ ਐਰਰਸ ਨੇ ਉਹਨਾਂ ਨੂੰ ਮਿਨੀਮਾਈਜ਼ ਕਰਨ ਲਈ ਅਸੀਂ ਕਰਾਂਗੇ, ਨੰਬਰ ਆਫ ਆਬਜ਼ਰਵੇਸ਼ਨ ਇਨਕਰੀਜ਼ ਕਰਾਂਗੇ, ਫਿਰ ਉਹਨਾਂ ਦੀ ਮੀਨ ਵੈਲਿਊ ਕੱਢਾਂਗੇ। ਕ੍ਰਾਸ ਐਰਰ ਕੀ ਹੁੰਦੀਆਂ ਨੇ, ਜਦੋਂ ਅਸੀਂ ਕੇਅਰਲੈਸ ਹੋ ਕੇ, ਜਦੋਂ ਅਸੀਂ ਬੇਧਿਆਨੀ ਨਾਲ ਕੋਈ ਕੰਮ ਕਰਦੇ ਹਾਂ, ਉਦੋਂ ਜਿਹੜੀ ਕੇਅਰਲੈਸਨੈਸ ਕਰਕੇ ਜਿਹੜੀ ਐਰਰ ਹੁੰਦੀ ਹੈ ਉਹਨੂੰ ਅਸੀਂ ਕ੍ਰਾਸ ਐਰਰ ਕਹਿੰਦੇ ਹਾਂ। Cross error arise due to carelessness of the observer. Example, recording observations wrongly, using instruments without setting it properly. ਦੇਖੋ ਤਿੰਨ ਤਰ੍ਹਾਂ ਦੀਆਂ ਸਾਡੇ ਕੋਲ ਐਰਰਸ ਹੁੰਦੀਆਂ ਨੇ, ਜਾਂ ਸਿਸਟਮੈਟਿਕ ਐਰਰ, ਰੈਂਡਮ ਐਰਰਸ ਔਰ ਕ੍ਰਾਸ ਐਰਰਸ। ਹੁਣ ਐਰਰ ਅਸੀਂ ਕਰ ਰਹੇ ਹਾਂ, ਉਹਨੂੰ ਰਿਪੋਰਟ ਕਰਨਾ ਹੈ, ਦੱਸਣਾ ਵੀ ਕਿੰਨੀ ਕੁ ਐਰਰ ਆ ਗਈ ਸਾਡੇ ਕੋਲ, ਅਸੀਂ ਕਿੰਨੀ ਐਰਰ ਕਮਿਟ ਕੀਤੀ, ਤਾਂ ਕਿ ਪਤਾ ਹੋਵੇ। ਜੇ ਸਾਨੂੰ ਐਰਰ ਦਾ ਪਤਾ ਲੱਗ ਜੇ ਫਿਰ ਵੀ ਅਸੀਂ ਆਪਣੇ ਜਿਹੜਾ ਰਿਜ਼ਲਟ ਹੈ ਉਹਦੇ ਕੋਲੇ ਪਹੁੰਚ ਸਕਾਂਗੇ। ਉਹ ਤੋਂ ਪਤਾ ਲੱਗੇਗਾ ਵੀ ਅਸੀਂ ਕਿੰਨੀ ਕੁ ਐਕੂਰੇਸੀ ਨਾਲ ਕੋਈ ਕੰਮ ਕਰ ਰਹੇ ਹਾਂ, ਕਿੰਨਾ ਕੁ ਪ੍ਰਸਾਈਜ਼ਲੀ ਅਸੀਂ ਕੰਮ ਕਰ ਰਹੇ ਹਾਂ। ਤਾਂ ਰਿਪੋਰਟਿੰਗ ਆਫ ਐਰਰ, the errors in measurement can be reported or described in terms of absolute error, mean absolute error, relative error or fractional error. To understand their meaning, let a physical quantity is measured n times and the measured values are a1, a2, a3 and so on an। कहना मतलब ਜਿਵੇਂ ਤੁਹਾਨੂੰ ਕਿਹਾ ਸੀਗਾ ਵੀ ਬਲੱਡ ਪ੍ਰੈਸ਼ਰ ਮੇਰਾ ਨਰਸਿੰਗ ਹੋਮ ਦੇ ਵਿੱਚ 10 ਵਾਰੀ ਨੋਟ ਕੀਤਾ, ਪਹਿਲੀ ਰੀਡਿੰਗ ਮੇਰੀ A1, ਦੂਸਰੀ A2 ਐਂਡ ਸੋ ਲਾਸਟ ਕਿੰਨੀ ਹੋਗੀ A10, ਤਾਂ ਮੇਰੀ ਐਵਰੇਜ ਵੈਲਿਊ ਕਿੰਨੀ ਹੋਏਗੀ, ਉਹਨਾਂ ਦਾ ਅਰਥਮੈਟਿਕ ਮੀਨ ਸਾਰਿਆਂ ਨੂੰ ਐਡ ਕਰੂੰਗਾ ਤੇ 10 ਨਾਲ ਡਿਵਾਈਡ ਕਰਾਂਗਾ। ਇੱਥੇ ਕੀ ਦਿਖਾਇਆ ਗਿਆ, ਸਪੋਜ਼ ਕੋਈ ਪੈਰਾਮੀਟਰ ਆ, ਕੋਈ ਕੁਆਂਟੀਟੀ ਹੈ, ਉਹ n ਵਾਰੀ ਇਹਦੀ ਮਿਣਤੀ ਹੋਈ, ਪਹਿਲੀ ਵਾਰ ਵੈਲਿਊ A1 ਆਈ, ਉਹਦੀ ਦੂਜੀ ਵਾਰ A2, ਤੀਜੀ ਵਾਰ A3 ਐਂਡ ਸੋ ਔਨ ਲਾਸਟ ਵਾਰੀ AN ਆਈ, ਤਾਂ ਸਾਰਿਆਂ ਨੂੰ ਸਮ ਕੀਤਾ, ਡਿਵਾਈਡਡ ਬਾਈ ਜਿੰਨੇ ਵਾਰੀ ਅਸੀਂ ਵੈਲਿਊ ਨੋਟ ਕੀਤੀ n, ਇਹ ਜਿਹੜੀ ਰੇਸ਼ੋ ਹੈ ਸਾਨੂੰ ਉਹਦਾ ਅਰਥਮੈਟਿਕ ਮੀਨ ਦੇਗਾ ਉਸ ਵੈਲਿਊ ਦਾ, ਉਸ ਕੁਆਂਟੀਟੀ ਦੀ ਜਿਹੜੀ ਮੈਜ਼ਰਮੈਂਟ ਹੋ ਰਹੀ ਹੈ। ਇਸ ਨੂੰ ਅਸੀਂ ਮੀਨ ਵੈਲਿਊ, ਐਵਰੇਜ ਵੈਲਿਊ ਕਹਿੰਦੇ ਆ। ਯੂਜਲੀ ਦਾ ਅਰਥਮੈਟਿਕ ਮੀਨ ਇਜ਼ ਟੇਕਨ ਐਜ਼ ਟਰੂ ਵੈਲਿਊ ਆਫ ਮੈਜ਼ਰਮੈਂਟ। ਸਭ ਤੋਂ ਪਹਿਲਾਂ ਹੀ ਸ਼ੁਰੂ ਦੇ ਵਿੱਚ ਹੀ ਅਸੀਂ ਕਿਹਾ ਸੀਗਾ ਵੀ ਐਰਰ ਹੁੰਦੀ ਕੀ ਹੈ, ਟਰੂ ਵੈਲਿਊ ਮਾਈਨਸ ਮੈਜ਼ਰਡ ਵੈਲਿਊ। ਟਰੂ ਵੈਲਿਊ ਤੁਹਾਨੂੰ ਕਿਵੇਂ ਪਤਾ ਲੱਗੇਗੀ, ਤੁਸੀਂ ਬਹੁਤ ਸਾਰੇ ਆਬਜ਼ਰਵੇਸ਼ਨ ਕਰੋਗੇ, ਫਿਰ ਉਹਨਾਂ ਦੀ ਮੀਨ ਵੈਲਿਊ ਕੱਢੋਗੇ, ਉਹ ਤੁਹਾਨੂੰ ਉਸ ਜਿਹੜੀ ਕੁਆਂਟੀਟੀ ਹੈ ਉਹਦੀ ਤੁਹਾਨੂੰ ਟਰੂ ਵੈਲਿਊ ਦੇਗੀ। ਇਸੇ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ ਟੂ ਫਾਈਂਡ ਆਊਟ ਟਰੂ ਵੈਲਿਊ ਥਰੂ ਅਰਥਮੈਟਿਕ ਮੀਨ। ਹੁਣ ਅਸੀਂ ਐਬਸੋਲੂਟ ਐਰਰ ਰਿਪੋਰਟਿੰਗ ਦੇ ਵਿੱਚ ਪਹਿਲੇ ਕਿਸ ਤਰ੍ਹਾਂ ਰਿਪੋਰਟ ਕਰ ਸਕਦੇ ਹਾਂ, ਉਹਨੂੰ ਅਸੀਂ ਕਹਿੰਦੇ ਵੀ ਬਾਈ ਵੇ ਆਫ ਰਿਪੋਰਟਿੰਗ ਐਬਸੋਲੂਟ ਐਰਰ। ਇਹ ਕਿਵੇਂ ਕੈਲਕੂਲੇਟ ਕਰਦੇ ਆ, ਇਟ ਇਜ਼ ਕੈਲਕੂਲੇਟਡ ਇਨ ਇੰਡੀਵਿਜੂਅਲ ਮੈਜ਼ਰਡ ਵੈਲਿਊਜ਼। ਜਿੰਨੇ ਵਾਰੀ ਅਸੀਂ ਆਬਜ਼ਰਵੇਸ਼ਨ ਲਿਆ, ਹਰੇਕ ਲਈ ਅਸੀਂ ਐਬਸੋਲੂਟ ਐਰਰ ਦੱਸਾਂਗੇ। A1 ਦੀ ਵੈਲਿਊ ਪਹਿਲੀ ਵਾਰ A1 ਨੋਟ ਕੀਤਾ, ਇਹਦੇ ਚ ਕਿੰਨੀ ਐਬਸੋਲੂਟ ਐਰਰ ਹੋਈ ਹੈ, ਕੱਢੀ ਹੈ, ਅਸੀਂ ਕਿੰਨੀ ਨੋਟ ਕੀਤੀ ਹੈ ਜਾਂ ਕਿੰਨੀ ਕਮਿਟ ਕੀਤੀ ਹੈ ਐਬਸੋਲੂਟ ਐਰਰ। ਉਸ ਲਈ ਕੀ ਕਰਨਾ ਪਏਗਾ, ਇਹ ਆਬਜ਼ਰਵੇਸ਼ਨ ਦੇ ਦੌਰਾਨ ਜਿੰਨੀ ਮੀਨ ਵੈਲਿਊ ਆਈ ਹੈ ਉਹਦੇ ਵਿੱਚੋਂ A1 ਨੂੰ ਘਟਾ ਦੇਵਾਂਗੇ। AM minus A1, this difference will give us absolute error in A1. AM minus A2, it will give us absolute error in the measurement of A2. AM ਚੋਂ A3 ਕਢਾਵਾਂਗੇ, ਇਹ ਕੀ ਦੱਸੇਗਾ, absolute error in the measurement of A3. Delta ਇੱਕ ਸਿੰਬਲ ਹੈ, ਸਿੰਬਲ ਫਾਰ absolute error। ਡੈਲਟਾ A1 ਦੇ ਅੱਗੇ ਲਿਖਿਆ ਹੋਇਆ, ਇਹਦਾ ਮਤਲਬ ਕੀ ਹੈ,
ਐਬਸੋਲੂਟ ਐਰਰ ਇਨ ਦਾ ਮੈਜ਼ਰਮੈਂਟ ਆਫ A1 ਪਹਿਲੀ ਵਾਰ ਜਦੋਂ ਅਸੀਂ ਰੀਡਿੰਗ ਨੋਟ ਕੀਤੀ ਉਦੋਂ ਕਿੰਨੀ ਐਬਸੋਲੂਟ ਐਰਰ ਕੱਢੀ ਹੈ ਅਸੀਂ ਇਟ ਇਜ਼ ਐਬਸੋਲੂਟ ਐਰਰ ਇਨ ਮੈਜ਼ਰਮੈਂਟ ਵੈਲਿਊ A1 ਕਿਵੇਂ ਮਿਲਦੀ ਹੈ ਇਹ ਮੀਨ ਦੇ ਵਿੱਚੋਂ ਜਿਹੜੀ ਅਸੀਂ ਵੈਲਿਊ ਨੋਟ ਕੀਤੀ ਸੀ ਦੋਨੋਂ ਦਾ ਡਿਫਰੈਂਸ ਸਾਨੂੰ ਐਬਸੋਲੂਟ ਐਰਰ ਇਨ A1 ਦੇ ਸਿਮਿਲਰਲੀ A2 ਦੀ ਐਬਸੋਲੂਟ ਐਰਰ AM minus A2 A3 ਦੇ ਵਿੱਚ ਐਬਸੋਲੂਟ ਐਰਰ ਕਿੰਨੀ ਹੈ AM minus A3 ਐਂਡ ਸੋ ਔਨ AN ਦੇ ਵਿੱਚ ਕਿੰਨੀ ਐਬਸੋਲੂਟ ਐਰਰ ਹੈ AM minus AN ਮੀਨ ਐਬਸੋਲੂਟ ਐਰਰ ਹੁਣ ਕੱਲੇ ਚ ਅਸੀਂ ਐਬਸੋਲੂਟ ਐਰਰ ਕੱਢ ਲਈ ਤਾਂ ਇਸ ਇਹਨਾਂ ਐਬਸੋਲੂਟ ਐਰਰਸ ਦਾ ਮੀਨ ਕਿੰਨਾ ਹੈ ਤਾਂ ਸਾਰੀਆਂ ਐਬਸੋਲੂਟ ਐਰਰਸ ਨੂੰ ਅਸੀਂ ਐਡ ਕਰ ਦਿੱਤਾ ਡਿਵਾਈਡਡ ਬਾਈ n ਵਾਰੀ ਕੱਢਿਆ ਸੀ ਡਿਵਾਈਡਡ ਬਾਈ n it will give us mean absolute error mean value of absolute error ਇਹ ਸਾਡੇ ਕੋਲੇ ਕੁਆਂਟੀਟੀ ਸੀ ਉਹਦੀ mean value ਤੇ ਰਿਲੇਟਿਵ ਐਰਰ ਕਿਵੇਂ ਕੱਢਦੇ ਆ ਅੱਗੇ ਦੂਸਰਾ ਰਿਪੋਰਟਿੰਗ ਆਫ ਐਰਰ ਕੀ ਸੀ ਰਿਲੇਟਿਵ ਐਰਰ ਕੱਢਣ ਦਾ ਮਤਲਬ ਇਹਨੂੰ ਅਸੀਂ ਫ੍ਰੈਕਸ਼ਨ ਐਰਰ ਵੀ ਕੱਢਦੇ ਆ ਅਸੀਂ ਦੇਖੋ ਮੀਨ ਐਬਸੋਲੂਟ ਐਰਰ ਕੱਢ ਲਈ ਤੇ a ਦੀ ਮੀਨ ਵੈਲਿਊ ਪਹਿਲਾਂ ਕੱਢੀ ਸੀ ਇਹਨਾਂ ਜਿਹਨਾਂ ਦੀ ਰੇਸ਼ੀਓ ਹੈ ਸਾਨੂੰ ਦੇਗੀ ਰਿਲੇਟਿਵ ਐਰਰ relative error or fractional error is the ratio of mean absolute error delta am divided by mean value am ਸਾਈਡ ਤੇ ਅਸੀਂ ਇੱਕ ਐਗਜ਼ਾਮਪਲ ਦਿੱਤੀ ਹੈ ਵੀ a ਤੇ b ਦੇ ਵਿਚਕਾਰ ਕੁਝ ਲੈਂਥ ਹੈ ਅਸੀਂ ਵਾਰੀ-ਵਾਰੀ ਨੋਟ ਡਾਊਨ ਕੀਤੀ ਫਿਰ ਉਹਦੀ ਐਵਰੇਜ ਵੈਲਿਊ ਕੱਢ ਲਈ ਮੀਨ ਲੈਂਥ ਕੱਢ ਲਈ ਪਹਿਲਾ ਪੈਰਾਮੀਟਰ ਪਹਿਲੀ ਵਾਰ ਤੁਸੀਂ ਨੋਟ ਕੀਤੀ ਸੀ ਉਦੋਂ ਉਹਦੀ ਐਬਸੋਲੂਟ ਐਰਰ ਕਿੰਨੀ ਸੀ ਅਸੀਂ lm ਮੀਨ ਦੇ ਵਿੱਚੋਂ l1 ਘਟਾਤਾ ਤੀਸਰੀ ਵਾਰੀ ਰੀਡਿੰਗ ਨੋਟ ਕੀਤੀ ਸੀ ਉਦੋਂ ਐਬਸੋਲੂਟ ਐਰਰ ਕਿੰਨੀ ਸੀ lm minus l3 ਜਦੋਂ ਸਾਨੂੰ ਰਿਲੇਟਿਵ ਐਰਰ ਮਿਲ ਗਈ ਉਹਨੂੰ 100 ਨਾਲ ਅਸੀਂ ਮਲਟੀਪਲਾਈ ਕਰ ਦਿਆਂਗੇ that will give us percentage error is equal to fractional error into 100 example we made a number of measurements of a ਇੱਕ ਵਾਰੀ A1 ਨੋਟ ਕੀਤੀ ਵੈਲਿਊ ਫਿਰ A2 ਕੀਤੀ ਐਂਡ ਸੋ ਔਨ AN ਕੀਤੀ ਅਸੀਂ ਇਹਦੀ ਮੀਨ ਕੱਢਾਂਗੇ ਕੱਲੇ ਚ ਐਬਸੋਲੂਟ ਐਰਰ ਕੱਢਾਂਗੇ ਤਾਂ ਸਾਰਿਆਂ ਦੀ ਮੀਨ ਐਬਸੋਲੂਟ ਐਰਰ ਕੱਢਾਂਗੇ ਫਿਰ ਇਹਨਾਂ ਦੇ ਵਿੱਚ ਅਸੀਂ ਫ੍ਰੈਕਸ਼ਨਲ ਐਰਰ ਦੇਖਾਂਗੇ ਡੈਲਟਾ AM upon AM 100 ਨਾਲ ਮਲਟੀਪਲਾਈ ਕਰਾਂਗੇ ਇਟ ਵਿਲ ਗਿਵ ਅਸ ਪਰਸੈਂਟੇਜ ਐਰਰ ਮੀਨ ਐਬਸੋਲੂਟ ਐਰਰ upon ਮੀਨ ਵੈਲਿਊ ਇਨਟੂ 100 ਅਸੀਂ ਕਨਵੈਰੀਕਲ ਕਰਦੇ ਹਾਂ ਜਿਹਦੇ ਵਿੱਚ ਅਸੀਂ ਐਬਸੋਲੂਟ ਐਰਰ ਮੀਨ ਐਬਸੋਲੂਟ ਐਰਰ ਤੇ ਪਰਸੈਂਟੇਜ ਐਰਰ ਰਿਲੇਟਿਵ ਐਰਰ ਕੱਢੀਆਂ ਦੇਖਾਂਗੇ ਵੀ ਹਾਊ ਟੂ ਫਾਈਂਡ ਰਿਪੋਰਟ ਥੀਸ ਟਾਈਪ ਆਫ ਐਰਰਸ ਇਹਦੇ ਵਿੱਚ ਰਿਫਰੈਕਟਿਵ ਇੰਡੈਕਸ ਹੈ ਬੇਟੇ ਪਾਣੀ ਦਾ ਰਿਫਰੈਕਟਿਵ ਇੰਡੈਕਸ ਦਿੱਤਾ ਹੁੰਦਾ ਰਿਫਰੈਕਟਿਵ ਇੰਡੈਕਸ ਹੁੰਦਾ ਕੀ ਹੈ ਕਿ ਸਾਨੂੰ ਇੱਕ ਕੰਪੈਰੀਜ਼ਨ ਕਰਦਾ ਹੈ ਵੀ ਕਿਸੇ ਮੀਡੀਅਮ ਦੇ ਵਿੱਚ ਸਪੀਡ ਆਫ ਲਾਈਟ ਦੀ ਜਿਹੜੀ ਸਪੀਡ ਹੈ ਖਲਾ ਵੈਕਿਊਮ ਜਾਂ ਹਵਾ ਦੇ ਮੁਕਾਬਲੇ ਕਿੰਨੀ ਘੱਟ ਹੈ ਤਾਂ ਪਾਣੀ ਦਾ ਰਿਫਰੈਕਟਿਵ ਇੰਡੈਕਸ ਅਸੀਂ ਵਾਰੀ-ਵਾਰੀ ਨੋਟ ਕੀਤਾ 8 ਵਾਰੀ ਨੋਟ ਕੀਤਾ ਸਾਡੇ ਕੋਲ ਆ ਵੈਲਿਊਜ਼ ਨੋਟ ਕੀਤੀਆਂ ਨੇ ਅਸੀਂ ਇਹਨਾਂ ਦੇ ਮੀਨ ਵੈਲਿਊ ਕੱਢਣੀ ਆ ਕਿਵੇਂ ਕੱਢਾਂਗੇ ਮੀਨ ਕੱਢਣ ਲਈ ਸਾਰਿਆਂ ਨੂੰ ਐਡ ਕਰਾਂਗੇ ਕਿਉਂਕਿ 8 ਟਾਈਮਸ ਅਸੀਂ ਮੈਜ਼ਰ ਕੀਤੀ ਹੈ 8 ਨਾਲ ਅਸੀਂ ਡਿਵਾਈਡ ਕਰ ਦਿੱਤਾ ਸਾਡੇ ਕੋਲ ਕਿੰਨਾ ਆ ਗਿਆ 1.3275 ਅਸੀਂ ਰਾਉਂਡ ਆਫ ਕੀਤਾ ਕਿਉਂਕਿ ਦੋ ਡੈਸੀਮਲ ਪਲੇਸ ਤੱਕ ਰੱਖਣਾ ਤਾਂ 2 ਨੂੰ ਅਸੀਂ 75 ਨੂੰ ਉਤਾਰਨਾ ਪਏਗਾ 7 ਨੂੰ ਅਸੀਂ ਉਤਾਰ ਲਈ ਕੀ ਕੀਤਾ ਇਟ ਇਜ਼ ਮੋਰ ਦੈਨ 5 ਜਦੋਂ ਅਸੀਂ ਰਾਉਂਡ ਆਫ ਕਰਾਂਗੇ ਤਾਂ ਜਿਹੜਾ 2 ਆਈਟਮ ਵਿਲ ਬੀ ਕਨਵਰਟਡ ਇਨਟੂ 3 ਇਸ ਕਰਕੇ ਵੈਲਿਊ 1.33 ਅਸੀਂ ਮੀਨ ਵੈਲਿਊ ਆਫ ਰਿਫਰੈਕਟਿਵ ਇੰਡੈਕਸ ਨੋਟ ਕੀਤੀ ਅੱਗੇ ਅਸੀਂ ਐਬਸੋਲੂਟ ਐਰਰ ਕੱਢ ਰਹੇ ਹਾਂ 8 ਆਬਜ਼ਰਵੇਸ਼ਨਸ ਅਸੀਂ ਕੀਤੇ ਸੀ ਤਾਂ 8 ਹੀ ਸਾਡੇ ਕੋਲੇ ਐਬਸੋਲੂਟ ਐਰਰਸ ਆਉਣਗੀਆਂ ਪਹਿਲੀ ਵਾਰ ਅਸੀਂ ਕਿੰਨੀ ਐਬਸੋਲੂਟ ਐਰਰ ਕੀਤੀ ਹੈ 1.29 ਕੱਢੀ ਹੈ ਮੀਨ ਵੈਲਿਊ 1.33 ਸੀ ਤਾਂ ਪਹਿਲੀ ਵਾਰ ਐਬਸੋਲੂਟ ਐਰਰ ਕਿੰਨੀ ਹੋਏਗੀ 1.33 minus 1.29 ਦੂਜੀ ਵਾਰ ਕਿੰਨੀ ਹੋਏਗੀ 1.33 minus 1.33 ਤੀਜੀ ਵਾਰ ਕਿੰਨੀ ਹੋਏਗੀ 1.33 minus 1.34 and so on ਕੁਝ ਦੀ ਵੈਲਿਊਜ਼ ਪੋਜ਼ਿਟਿਵ ਨੇ ਜ਼ੀਰੋ ਵੀ ਨੇ ਨੈਗੇਟਿਵ ਵੀ ਨੇ ਪਰ ਜਦੋਂ ਅਸੀਂ ਸਮ ਕਰਨਾ ਕਿਉਂਕਿ ਐਬਸੋਲੂਟ ਦਾ ਮਤਲਬ ਫ੍ਰੀ ਫਰੋਮ ਪੋਜ਼ਿਟਿਵ ਔਰ ਨੈਗੇਟਿਵ ਸਾਈਨ
जो ਅਸੀਂ ਮੀਨ ਕੱਢਣਾ ਹੈ ਐਬਸੋਲੂਟ ਐਰਰਸ ਦਾ ਤਾਂ ਸਾਰੇ ਸਾਈਨ ਨੂੰ ਅਸੀਂ ਪੋਜ਼ਿਟਿਵ ਲੈ ਕੇ ਐਡ ਕਰਾਂਗੇ ਮੀਨ ਆਫ ਐਬਸੋਲੂਟ ਐਰਰਸ ਸਾਰੀਆਂ ਐਬਸੋਲੂਟ ਐਰਰਸ ਦਾ ਸਮ ਡਿਵਾਈਡਡ ਬਾਈ 8 ਕਿਉਂਕਿ 8 ਆਬਜ਼ਰਵੇਸ਼ਨ ਸੀਗੀਆਂ ਸਾਡੇ ਕੋਲ 0.02 ਆ ਗਈ ਮੀਨ ਐਬਸੋਲੂਟ ਐਰਰ ਰਿਲੇਟਿਵ ਐਰਰ ਕਿੰਨੀ ਹੁੰਦੀ ਹੈ ਰਿਲੇਟਿਵ ਐਰਰ ਕਿੰਨੀ ਹੁੰਦੀ ਹੈ mean absolute error divided by mean value mean absolute error 0.02 divided by mean 0.1.33 ਇਹ ਇੰਨੀ ਆ ਗਈ ਇਹਨੂੰ ਵੀ ਅਸੀਂ ਰਾਉਂਡ ਆਫ ਕਰਕੇ ਲਿਖ ਲਿਆ 5 ਨੂੰ ਅਸੀਂ ਰਾਉਂਡ ਛੱਡ ਦਿੱਤਾ ਕਿਉਂਕਿ 5 ਜਾਂ 5 ਤੋਂ ਵੱਧ ਵਾਲਾ ਡਿਜਿਟ ਜੋ ਅਸੀਂ ਉਤਾਰਦੇ ਹਾਂ ਤਾਂ ਉਸ ਤੋਂ ਪਹਿਲਾਂ ਇੱਕ ਵੱਧ ਜਾਂਦਾ ਹੈ ਤਾਂ 1 ਦੀ ਜਗ੍ਹਾ ਤੇ 2 ਆ ਗਿਆ ਰਿਲੇਟਿਵ ਐਰਰ ਨੂੰ 100 ਨਾਲ ਮਲਟੀਪਲਾਈ ਕਰੋ ਇੱਥੇ ਤੁਹਾਨੂੰ ਇਹ ਪਰਸੈਂਟੇਜ ਐਰਰ ਦੇਗਾ ਜਦੋਂ 100 ਨਾਲ ਮਲਟੀਪਲਾਈ ਕਰਾਂਗੇ ਇਟ ਵਿਲ ਬਿਕਮ 1.5%. Therefore, this is the percentage error in the measurement of refractive index. ਅਸੀਂ ਚਾਰ ਤਰੀਕੇ ਨਾਲ ਦੇਖਿਆ ਵੀ ਐਰਰਸ ਨੂੰ ਕਿਵੇਂ ਰਿਪੋਰਟ ਕਰ ਸਕਦੇ ਹਾਂ ਅਸੀਂ ਹੁਣ ਐਰਰ ਪ੍ਰੋਪੇਗੇਸ਼ਨ ਬਾਰੇ ਗੱਲ ਕਰ ਰਹੇ ਹਾਂ ਹਾਊ ਦਾ ਐਰਰਸ ਪ੍ਰੋਪੇਗੇਟ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਵੀ ਮੰਨ ਲਓ ਇੱਕ ਰੈਕਟੈਂਗਲ ਹੈ ਇਹਦੀ ਲੈਂਥ ਨੋਟ ਕੀਤੀ ਕੋਈ ਗਲਤੀ ਹੋ ਜਾਂਦੀ ਹੈ ਕੋਈ ਐਰਰ ਆਏਗੀ ਫਿਰ ਅਸੀਂ B ਮੈਜ਼ਰ ਕੀਤਾ ਇਹਦੇ ਵਿੱਚ ਕੋਈ ਐਰਰ ਆ ਗਈ A ਤੇ B ਨੂੰ ਤੁਸੀਂ ਮਲਟੀਪਲਾਈ ਕਰਾਂਗੇ ਇਹਦਾ ਮਤਲਬ ਐਰਰਸ ਵੀ ਮਲਟੀਪਲਾਈ ਹੋ ਰਹੀਆਂ ਤਾਂ ਐਰਰ ਏਰੀਆ ਦੇ ਵਿੱਚ ਵੀ ਆਏਗੀ ਅਸੀਂ ਦੇਖਾਂਗੇ ਅਲੱਗ-ਅਲੱਗ ਕੇਸਾਂ ਦੇ ਵਿੱਚ ਕਦੇ ਦੋ ਚੀਜ਼ਾਂ ਨੂੰ ਮਲਟੀਪਲਾਈ ਕਰਨ ਕਰਕੇ ਫਾਈਨਲ ਰਿਜ਼ਲਟ ਬਣਦਾ ਹੈ ਕਈ ਜਗ੍ਹਾ ਤੇ ਡਿਫਰੈਂਸ ਕਰਕੇ ਬਣਦਾ ਹੈ ਕਈ ਜਗ੍ਹਾ ਤੇ ਰੇਸ਼ੋ ਕਰਕੇ ਬਣਦਾ ਹੈ ਕਈ ਜਗ੍ਹਾ ਤੇ A ਤੇ B ਦੀਆਂ ਕੋਈ ਪਾਵਰਾਂ ਹੁੰਦੀਆਂ ਨੇ we have 5 types of general cases ਵੀ ਉਹਦੇ ਵਿੱਚ error ਕਿਵੇਂ propagate ਹੋਏਗੀ sometimes the end result depends upon measurements the errors in these measurements will propagate error in the end result it is called propagation of error for example area of rectangle needs measurement of length and breadth so error in measurement in A and B will propagate as errors in the value of area The total error in A will depend upon the product of A and B. There are 5 cases by which errors propagate. कुछ relations ने जिन्हां दे विच ਬਣਨ ਵਾਲਾ x ਦੋਨਾਂ ਦੇ sum ਤੋਂ ਬਣਦਾ ਹੈ x propagation in sum similarly error propagation difference type of formula error propagation product type of formulas error propagation quotient type of formula ਜਾਂ ਉਹਨਾਂ ਫਾਰਮੂਲਿਆਂ ਦੇ ਵਿੱਚ ਜਿਨ੍ਹਾਂ 'ਚ x ਰੇਸ਼ੋ ਹੋਵੇ ਉਹਨਾਂ ਦੀ ਕੋਈ ਪਾਵਰ ਹੋਵੇ ਕੇਸ 1 ਦੇ ਵਿੱਚ ਅਸੀਂ ਕਰਦੇ ਹਾਂ ਸਭ ਤੋਂ ਪਹਿਲਾਂ ਵੀ ਐਰਰ ਕਿਵੇਂ ਪ੍ਰੋਪਗੇਟ ਹੁੰਦੀ ਹੈ ਪਹਿਲਾ ਕੇਸ error propagation in some type of SUM ਮੰਨ ਲਓ ਕੋਈ x ਹੈ ਉਹਦੀ ਵੈਲਿਊ a ਤੇ b ਦੇ ਸਮ ਤੋਂ ਬਣਦੀ ਹੈ a ਨੂੰ ਮੈਜ਼ਰ ਕੀਤਾ ਕੋਈ ਨਾ ਕੋਈ ਐਬਸੋਲੂਟ ਐਰਰ ਸਪੋਜ਼ ਡੈਲਟਾ A ਆਉਂਦੀ ਹੈ B ਨੂੰ ਨੋਟ ਕੀਤਾ ਉਹਦੇ ਵਿੱਚ ਕੋਈ ਨਾ ਕੋਈ ਐਰਰ ਡੈਲਟਾ B ਆਉਂਦੀ ਹੈ ਕਿਉਂਕਿ A ਤੇ B ਜਦੋਂ ਅਸੀਂ ਐਡ ਕਰਾਂਗੇ ਨਾਲ ਇਹਨਾਂ ਦੀਆਂ ਐਰਰਸ ਵੀ ਜਾਣਗੀਆਂ ਉਹਦੇ ਵਿੱਚ X ਦੇ ਵਿੱਚ ਐਰਰ ਆਏਗੀ ਲੈਟ ਦੈਟ error is delta X it is the absolute error in calculation of X from sum of A and B ਜਦੋਂ A ਤੇ B ਦੀਆਂ ਐਰਰਸ ਵਾਲੀਆਂ ਵੈਲਿਊਜ਼ ਪੁੱਟ ਕਰਾਂਗੇ x ਦੇ ਵਿੱਚ ਵੀ ਐਰਰ ਹੋਏਗੀ ਕੱਲੀ x ਨਹੀਂ ਹੋਏਗੀ ਇਟ ਵਿਲ ਬੀ x plus delta x plus minus delta x ਇੱਥੇ plus minus ਹੋਏਗਾ A ਦੀ ਜਗ੍ਹਾ ਕੀ ਭਰਿਆ ਜਦੋਂ A plus minus delta A B ਦੀ ਜਗ੍ਹਾ ਤੇ ਕੀ ਭਰਾਂਗੇ B plus minus delta B ਆਹ ਫਾਰਮੂਲਾ ਤੇ ਇਹਦੇ ਵਿੱਚ ਕੀ ਡਿਫਰੈਂਸ ਹੈ ਇਹ ਫਾਰਮੂਲਾ ਦੱਸਦਾ ਵੀ ਤੁਸੀਂ x ਨੂੰ ਕੈਲਕੂਲੇਟ ਕਿਵੇਂ ਕਰਨਾ ਇੱਥੇ ਜਗ੍ਹਾ ਕੀ ਹੈ ਅਸੀਂ A ਦੀ measured value ਪੁੱਟ ਕਰ ਰਹੇ ਹਾਂ ਇੱਥੇ B ਦੀ measured value ਪੁੱਟ ਕਰ ਰਹੇ ਹਾਂ ਉਹਦੀ ਕੋਈ ਟਰੂ ਵੈਲਿਊ ਹੋਈ ਪਲੱਸ ਕੁਝ ਐਰਰ ਹੋਏਗੀ ਤੁਸੀਂ ਓਪਨ ਕੀਤਾ A plus B delta A plus delta B A plus B ਕੀ ਹੈ x ਹੈ ਇਹ ਕੈਂਸਲ ਹੋ ਗਿਆ ਤਾਂ ਡੈਲਟਾ x ਕਿਹਦੇ ਬਰਾਬਰ ਹੋ ਗਿਆ ਡੈਲਟਾ A plus delta B ਵੱਧ ਤੋਂ ਵੱਧ ਐਰਰ ਕਿੰਨੀ ਹੋਏਗੀ ਜਦੋਂ ਦੋਨਾਂ 'ਚ ਸਮ ਹੋਏਗਾ ਸਾਈਨ ਜਾਂ ਫਿਰ ਦੋਨਾਂ 'ਚ ਮਾਈਨਸ ਸਾਈਨ ਹੋਏਗਾ ਇਸ ਕਰਕੇ ਮੈਕਸਿਮਮ ਐਬਸੋਲੂਟ ਐਰਰ ਕਦੋਂ ਹੁੰਦੀ ਹੈ ਕਿੰਨੀ ਹੁੰਦੀ ਹੈ ਇੱਕ 'ਚ ਕਿੰਨੀ ਐਬਸੋਲੂਟ ਐਰਰ ਹੈ ਪਲੱਸ ਦੂਜੇ 'ਚ ਕਿੰਨੀ ਐਬਸੋਲੂਟ ਐਰਰ ਹੈ ਵਧੇਗੀ ਇਸ ਕਰਕੇ final error will be more than the individual
absolute errors. Case 2 error propagation difference formula जो x a minus b तो बनती है उदों भी a की जगह ते असीं a पुट कीता b की जगह ते b प्लस माइनस डेल्टा b ओपन कीता साडे कोले आ इक्वेशन आ गई a माइनस b x ही है ये कट्टी जाएगी इस पास साडे कोल डेल्टा x रह गया इधर की रह गया डेल्टा a प्लस डेल्टा b अगेन मैक्सिमम एब्सोल्यूट एरर किदे बराबर है सम ऑफ इंडिविजुअल एब्सोल्यूट एरर्स ध्यान रखना भी माइनस करके एरर्स कट्टियां नहीं जांदियां अगेन एरर्स सामी होंदियां ने चाहे सम फार्मूला हो चाहे डिफरेंस फार्मूला हो एरर्स हमेशा एड अप होंदियां ने तीसरा एरर प्रोपेगेशन इन प्रोडक्ट इज रिप्रेजेंटेड इन टर्म्स ऑफ रिलेटिव एरर ये लाइन का मतलब ये है कि पहले दो केसां दे विच असीं टोटल एरर नूं रिपोर्ट कीता इन टर्म्स ऑफ एब्सोल्यूट एरर जो साडे कोल रेशियो होएगी उदों असीं रिपोर्ट करांगे इन टर्म्स ऑफ रिलेटिव एरर्स जो प्रोडक्ट है रेशियो है मान लो कोई एक्स है प्रोडक्ट फॉर्म दे विच है ए इंटू बी है ए भी पुट कीता एक्स दी बन गई एक्स प्लस माइनस डेल्टा एक्स दे विच कॉमन कढिया 1 एक्स बाहर आ गया 1 प्लस डेल्टा एक्स अपॉन एक्स इस ब्रैकेट दे विचों ए बाहर कढिया साडे कोल आ बन गया इथों बी बाहर कढिया बी बाहर कढिया इत्थे 1 रह गया डेल्टा बी अपॉन बी ए बी नूं असीं इकट्ठा कीता ए बी ते एक्स कट्टिया जांदा है जो असीं इहनूं ब्रैकेट नूं ओपन कीता 1 ते 1 कैंसल हो जाएगा इधरों बस डेल्टा एक्स अपॉन एक्स रह गया ਅਸੀਂ ਆ ਜਿਹੜਾ ਪ੍ਰੋਡਕਟ ਹੈ ਇਹਨੂੰ ਅਸੀਂ ਨੈਗਲੈਕਟ ਕਰ ਰਹੇ ਹਾਂ ਕਿਉਂਕਿ ਡੈਲਟਾ A ਤੇ ਡੈਲਟਾ B ਬਹੁਤ ਛੋਟੇ ਨੇ ਧਿਆਨ ਰੱਖਣਾ ਜਿਹੜੀਆਂ ਵੀ ਨੰਬਰਸ ਇੱਕ ਤੋਂ ਘੱਟ ਨੇ ਜਦੋਂ ਮਲਟੀਪਲਾਈ ਹੁੰਦੇ ਹੋਰ ਘਟ ਜਾਂਦੇ ਆ 0.2 ਨੂੰ 0.5 ਨਾਲ ਮਲਟੀਪਲਾਈ ਕਰਕੇ ਦੇਖੋ ਰਿਜ਼ਲਟ ਕੀ ਬਣੇਗਾ 0.01 which is less than 0.2 and also less than 0.5 ਇੱਕ ਤੋਂ ਜਿੰਨੇ ਵੀ ਨੰਬਰ ਘੱਟ ਨੇ ਜਦੋਂ ਅਸੀਂ ਮਲਟੀਪਲਾਈ ਕਰਦੇ ਆ ਉਹ ਹੋਰ ਛੋਟੇ ਹੋ ਜਾਂਦੇ ਆ डेल्टा ए डेल्टा भी बड़िया छोटिया क्वांटिटीज ने जितना प्रोडक्ट है होर घट जाएगा असीं इस नैगलैक्ट कर रहे हैं साडे कोल आ दो टर्मां रह डेल्टा एक्स अपॉन एक्स इज इक्वल टू डेल्टा ए अपॉन ए डेल्टा बी अपॉन बी आ की है रिलेटिव एरर इन एक्स दिस इज द रिलेटिव एरर इन ए रिलेटिव एरर इन बी therefore relative error in x is the sum of relative errors in a and b 100 ਨਾਲ ਮਲਟੀਪਲਾਈ ਕਰ ਦਈਏ ये परसेंटेज एरर इन एक्स बन जाएगी ये परसेंटेज एरर इन ए बन जाएगी ये परसेंटेज एरर इन बी बन जाएगी तो परसेंटेज एरर इन एक्स इज इक्वल टू सम ऑफ परसेंटेज एरर इन ए एंड बी ये बड़ा इंपॉर्टेंट रिजल्ट है न्यूमेरिकल सॉल्व करने में साडी हेल्प करेगा एरर प्रोपेगेशन इन कोशेंट टाइप ऑफ फार्मूले ਜਦੋਂ x a ਤੋਂ b ਦੀ ਰੇਸ਼ੋ ਤੋਂ ਬਣਦਾ ਹੈ a ਨੂੰ ਅਸੀਂ ਉਵੇਂ ਪੁੱਟ ਕੀਤਾ a plus minus delta ਹੈ बी ਨੂੰ भी पुट किया b प्लस माइनस डेल्टा b देख चो इधरों x कॉमन कढ़ लिया ये चो a कॉमन कढ़ लिया चो b कॉमन कढ़ लिया असीं इत्थे पहुंच गए a अपॉन b क्योंकि x है असीं आ जिहड़ा डिनोमीनेटर है इहनूं उपर ले जाने लई माइनस पावर लिख लिया बिनोमियल थ्योरम यूज करके ये पावर अगे आ जाती है ये ब्रैकेट असीं उस तरह ही लिख ली 1 प्लस माइनस डेल्टा a अपॉन a पर इत्थे जाके की हो गया पावर सीरीज ओपन किया बाय बिनोमियल थ्योरम is 1 minus plus delta b upon b बिनोमियल थ्योरम ਵਿੱਚ ਜਦੋਂ ਪਾਵਰ ਸੀਰੀਜ਼ ਲੈਣੇ ਆ ਪਹਿਲੀ ਟਰਮ ਤੋਂ ਬਾਅਦ ਇਹ ਪਾਵਰ ਮਲਟੀਪਲਾਈ ਹੋ ਜਾਂਦੀ ਹੈ ਅਗਲੀ ਦੇ ਵਿੱਚ ਅਸੀਂ ਇਹ ਟਰਮ ਦਾ ਸਕੁਅਰ ਹੋ ਜਾਂਦਾ ਹੈ ਉਦੋਂ ਅੱਗੇ ਉਹਦੀ ਪਾਵਰ 3 ਹੋ ਜਾਂਦੀ ਹੈ ਐਂਡ ਸੋ ਔਨ ਅਸੀਂ ਪਿਛਲੇ ਜਿਹੜਾ ਆਰਗੂਮੈਂਟ ਯੂਜ਼ ਕੀਤਾ ਸੀ ਕਿਉਂਕਿ ਡੈਲਟਾ ਵੀ ਬਹੁਤ ਛੋਟਾ ਹੈ ਉਹਦਾ ਸਕੁਅਰ ਹੋਰ ਛੋਟਾ ਹੋ ਜਾਏਗਾ ਇਸ ਕਰਕੇ ਹਾਇਰ ਜਿਹੜੀਆਂ ਟਰਮਸ ਨੇ डेल्टा बी अपॉन बी असीं उन्होंने नैगलैक्ट करता पहले ही इस करके असीं अपने आप को रिस्ट्रिक्ट करता विद 2 टर्म्स ओनली आ चीज़ सारी नूं असीं ओपन किया दोनों ब्रैकेटां नूं असीं ओपन किया मल्टीप्लाई किया साडे कोले 1 प्लस डेल्टा ए अपॉन ए डेल्टा बी अपॉन बी अखीरली टर्म साडे कोले आ दोनों का प्रोडक्ट आ जाए अगेन विद द सेम आर्गूमेंट असीं नूं नैगलैक्ट करता बीइंग वेरी स्मॉल साडे कोले 3 टर्मां रह गईयां लैफ्ट हैंड साइड ते की सीगा x इंटू 1 प्लस माइनस डेल्टा एक्स अपॉन ए अपॉन बी असल x ही है x नूं x नाल कैंसल आउट हो गया आ जिहड़ा 1 है इस पासे 1 नाल कैंसल हो गया डेल्टा एक्स अपॉन x इज इक्वल टू डेल्टा a अपॉन a डेल्टा b अपॉन b दिस इज द फ्रैक्शनल एरर और रिलेटिव एरर इन x दिस इज रिलेटिव एरर इन a दिस इज रिलेटिव एरर इन b therefore
ਰਿਲੇਟਿਵ ਐਰਰ ਇਨ ਐਕਸ ਸਾਨੂੰ ਤਾਂ ਪਤਾ ਕਰ ਲਈ ਸੀ, ਰਿਲੇਟਿਵ ਐਰਰਸ ਨੂੰ ਅਸੀਂ ਐਡ ਕਰ ਦਿਆਂਗੇ। ਸਿਮਿਲਰਲੀ 100 ਨਾਲ ਅਸੀਂ ਹਰੇਕ ਟਰਮ ਨੂੰ ਮਲਟੀਪਲਾਈ ਕਰੀਏ ਤੇ ਸਾਨੂੰ ਪਰਸੈਂਟੇਜ ਐਰਰ ਇਨ ਐਕਸ ਦੇਗਾ, ਉਹ ਸਾਨੂੰ ਮਿਲੇਗੀ ਫਰੋਮ ਪਰਸੈਂਟੇਜ ਐਰਰ ਇਨ ਏ ਪਲਸ ਪਰਸੈਂਟੇਜ ਐਰਰ ਇਨ ਬੀ। Next case, final case, error propagation due to measured quantity raised to a power। मान लो x डिपेंड करता a ਦੀ ਪਾਵਰ n upon b ਦੀ ਪਾਵਰ n ਤੇ ਅਸੀਂ a ਦੀ ਵੈਲਿਊ ਸੇਮ ਪ੍ਰੋਸੀਜਰ ਨਾਲ a ਦੀ ਜਗ੍ਹਾ ਤੇ ਅਸੀਂ ਉਹਦੀ ਮੈਜਰਡ ਵੈਲਿਊ a ਪਲੱਸ ਮਾਈਨਸ ਡੈਲਟਾ a ਪੁੱਟ ਕੀਤਾ, b ਦੀ ਜਗ੍ਹਾ ਤੇ ਉਹਦੀ ਮੈਜਰਡ ਵੈਲਿਊ b ਪਲੱਸ ਮਾਈਨਸ ਡੈਲਟਾ b ਪੁੱਟ ਕੀਤਾ। ਆ ਜਿਹੜੀ ਟਰਮ ਇਹਨੂੰ ਉੱਪਰ ਲੈ ਕੇ ਗਏ, ਅਸੀਂ ਫੇਰ ਕੀ ਕਰਦੇ ਹੁੰਦੇ ਆ, ਇਹਦੇ ਵਿੱਚੋਂ x ਕਾਮਨ ਲਿਆ, ਇੱਥੇ x ਬਾਹਰ ਕੱਢਿਆ 1 ਪਲੱਸ ਮਾਈਨਸ ਡੈਲਟਾ x ਪਾਉਣੇ, ਇੱਥੋਂ ਤੁਸੀਂ a ਕਾਮਨ ਲਵਾਂਗੇ, a ਦੀ ਪਾਵਰ n ਬਾਹਰ ਆਏਗੀ, ਅੰਦਰ ਕੀ ਰਹਿ ਗਿਆ 1 ਪਲੱਸ ਮਾਈਨਸ ਡੈਲਟਾ ਪਾਉਣ a ਹੋਲ ਪਾਵਰ n। ਇੱਥੋਂ b ਕਾਮਨ ਕੱਢਿਆ ਤਾਂ b ਦੀ ਪਾਵਰ m ਬਾਹਰ ਆ ਜਾਏਗੀ 1 ਪਲੱਸ ਮਾਈਨਸ ਡੈਲਟਾ b ਪਾਉਣ b ਹੋਲ ਪਾਵਰ n। a n upon b m ਕਿਉਂਕਿ x ਹੈ, ਆ ਜਿਹੜੀ ਚੀਜ਼ ਹੈ ਇਹ ਇਧਰਲੀ x ਨੂੰ ਕੈਂਸਲ ਹੋ ਜਾਏਗੀ, 1 plus minus delta x upon x is equal to ਉੱਪਰਲੀ ਆ ਬ੍ਰੈਕਟ ਰਹੇਗੀ, ਜਿਹੜੀ ਡਿਨੋਮੀਨੇਟਰ ਦੇ ਵਿੱਚ ਬ੍ਰੈਕਟ ਹੈ ਉੱਪਰ ਪਾਵਰ ਮਾਈਨਸ m ਹੋਊਗੀ। ਅੱਗੇ ਨੈਕਸਟ ਸਟੈਪ ਦੇ ਵਿੱਚ ਅਸੀਂ ਕੀ ਕੀਤਾ, ਬਿਨੋਮੀਅਲ ਥਿਓਰਮ ਨਾਲ ਅਸੀਂ ਇਸ ਨੂੰ ਐਕਸਪੈਂਡ ਕੀਤਾ ਤੇ ਪਾਵਰ ਇੱਥੇ ਮਲਟੀਪਲਾਈ ਹੋ ਗਈ 1 plus minus ਪਾਵਰ ਮਾਈਨਸ m into delta b upon b। ਅਗਲੀਆਂ ਜਿਹੜੀਆਂ ਹਾਇਰ ਪਾਵਰਸ ਨੇ ਸੌਰੀ ਉਹਦੇ ਵਿੱਚ ਡੈਲਟਾ ਬੀ ਅਪੋਨ ਬੀ ਦੀ ਪਾਵਰ ਹਾਇਰ ਪਾਵਰਸ ਆਉਣਗੀਆਂ, ਕਿਉਂਕਿ ਡੈਲਟਾ ਬੀ ਬਹੁਤ ਛੋਟਾ, ਉਹਦੀਆਂ ਹਾਇਰ ਪਾਵਰਸ ਹੋਰ ਛੋਟੀਆਂ ਹੋ ਜਾਣਗੀਆਂ, ਇਸ ਕਰਕੇ ਉਹਨੂੰ ਨੈਗਲੈਕਟ ਕਰਕੇ ਲਿਖਿਆ। ਇਹ ਬ੍ਰੈਕਟ ਖੋਲੀ, ਸਾਡੇ ਕੋਲੇ ਆਹ ਟਰਮਸ ਆ ਗਈਆਂ, ਉਹਦੇ ਵਿੱਚ ਇੱਕ ਟਰਮ ਆ ਗਈ ਡੈਲਟਾ ਏ ਇੰਟੂ ਡੈਲਟਾ ਬੀ ਵਾਲੀ ਟਰਮ। ਅਗੇਨ ਪ੍ਰੋਡਕਟ ਵਿਲ ਬੀ ਵੈਰੀ ਸਮall, ਇਟ ਵਿਲ ਬੀ ਨੈਗਲੈਕਟਡ, ਸੋ ਵੀ ਆਰ ਲੈਫਟ ਵਿਦ ਆ 1 ਨਾਲ ਇਹ 1 ਕੈਂਸਲ ਹੋ ਗਿਆ, ਡੈਲਟਾ x upon x is equal to n times ਡੈਲਟਾ a upon a m times ਡੈਲਟਾ b upon b। ਇਹ ਕੀ ਹੈ, fractional error or relative error in x, this is relative error in a, this is relative error in b। ਤਾਂ ਕੀ ਫਾਰਮੂਲਾ ਬਣਿਆ ਕਿ maximum relative error in x is equal to n times relative error in a into m times relative error in b। ਪਰਸੈਂਟੇਜ ਐਰਰ ਕੱਢਣ ਲਈ ਅਸੀਂ ਹਰੇਕ ਟਰਮ ਨੂੰ 100 ਨਾਲ ਮਲਟੀਪਲਾਈ ਕਰਾਂਗੇ, ਤਾਂ ਪਰਸੈਂਟੇਜ ਐਰਰ x in x ਕੀ ਹੋਏਗਾ, n ਟਾਈਮਸ ਪਰਸੈਂਟੇਜ ਐਰਰ in a ਪਲੱਸ m ਟਾਈਮਸ ਪਰਸੈਂਟੇਜ ਐਰਰ in b। ਇਹ ਵੀ ਬੜਾ ਇੰਪੋਰਟੈਂਟ ਰਿਜ਼ਲਟ ਹੈ। ਨੈਕਸਟ ਪੇਜ ਤੇ ਸਾਨੂੰ ਪਤਾ ਲੱਗੇਗਾ ਹਾਊ ਕੈਨ ਵੀ ਫਾਈਂਡ ਆਊਟ ਦਾ ਐਰਰਸ। ਅਖੀਰ ਦੇ ਵਿੱਚ ਅਸੀਂ ਕੁਝ ਨਿਊਮੈਰੀਕਲ ਸੋਲਵ ਕਰ ਰਹੇ ਹਾਂ। ਫਾਈਂਡ ਪਰਸੈਂਟੇਜ ਐਰਰ in a which is L into B, length into breadth। हम दिता की है percentage error in L and B are 2% and 6%। ਤਾਂ ਇਸ ਤਰ੍ਹਾਂ ਦੇ ਪ੍ਰੋਡਕਟ ਫਾਰਮੂਲੇ ਦੇ ਵਿੱਚ ਅਸੀਂ ਕਿਵੇਂ ਟੋਟਲ ਪਰਸੈਂਟੇਜ ਐਰਰ ਕੱਢਦੇ ਹਾਂ, by adding the percentage error, by adding individual percentage error। ਪਿੱਛੇ ਕੀਤਾ ਸੀ x ਜਦੋਂ A into B ਫਾਰਮ ਸੀਗਾ, ਹੁਣ x ਦੀ ਜਗ੍ਹਾ ਤੇ ਕੀ ਆ ਗਿਆ A। A ਦੇ ਵਿੱਚ ਪਰਸੈਂਟੇਜ ਐਰਰ ਕਿੰਨੀ ਹੋਏਗੀ, L 'ਚ ਕਿੰਨੀ ਪਰਸੈਂਟੇਜ ਐਰਰ ਹੈ, B ਦੇ ਵਿੱਚ ਕਿੰਨੀ ਪਰਸੈਂਟੇਜ ਐਰਰ, 2 + 6 ਟੋਟਲ ਪਰਸੈਂਟੇਜ ਐਰਰ ਇਹਦੇ ਵਿੱਚ ਕਿੰਨੀ ਆ ਜਾਏਗੀ 8%। ਨੈਕਸਟ ਸਾਡਾ ਜਿਹੜਾ ਨਿਊਮੈਰੀਕਲ ਹੈ ਇਹਦੇ ਵਿੱਚ ਫਾਈਂਡ ਪਰਸੈਂਟੇਜ ਐਰਰ ਇਨ ਮੈਜ਼ਰਮੈਂਟ ਆਫ ਸਪੀਡ if error in measurement of distance and time are 1.5% and 2%। we know speed is distance upon time। ਅਸੀਂ ਕੋਈ distance ਨੋਟ ਕੀਤੀ, ਉਹਦੇ ਵਿੱਚ ਸਾਨੂੰ error ਅਸੀਂ ਕਮਿਟ ਕੀਤਾ 1.5, ਤਾਂ ਕੋਈ ਉਹਦੇ ਵਿੱਚ ਰਨਿੰਗ ਕਰ ਰਿਹਾ ਤੇ ਟਾਈਮ ਇੰਟਰਵਲ ਨੋਟ ਕੀਤਾ, ਉਹਦੇ ਵਿੱਚ ਸਾਨੂੰ ਰਿਪੋਰਟ ਹੋਈ error 2%। ਤਾਂ ਸਪੀਡ ਦੇ ਵਿੱਚ ਕਿੰਨੀ error ਬਣੇਗੀ, ਤਾਂ ਪਰਸੈਂਟੇਜ error in ਸਪੀਡ ਕਿੰਨੀ ਹੋਏਗੀ, ਕੋਸ਼ੈਂਟ ਵਾਲੇ ਫਾਰਮੂਲੇ ਦੇ ਵਿੱਚੋਂ ਜਦੋਂ ਅਸੀਂ x a upon b ਕੀਤਾ ਸੀ ਉਸ ਆਧਾਰ ਤੇ ਪਰਸੈਂਟੇਜ ਐਰਰ ਕਿੰਨੀ ਹੈ, ਪਰਸੈਂਟੇਜ ਐਰਰ ਇਨ ਡਿਸਟੈਂਸ ਮੈਜ਼ਰਮੈਂਟ ਪਲੱਸ ਪਰਸੈਂਟੇਜ ਐਰਰ ਇਨ ਟਾਈਮ ਮੈਜ਼ਰਮੈਂਟ। 1.5 plus 2 it will be 3.5%। it is more than their individual percentage values। ਇੱਥੇ ਵੀ ਡਿਵਾਈਡ ਨਹੀਂ ਹੁੰਦੀ ਐਰਰ ਡਿਵਾਈਡ ਨਹੀਂ ਹੁੰਦੀ, ਇਹਦਾ ਮਤਲਬ ਇਹ ਨਹੀਂ ਡਿਸਟੈਂਸ 1.5 ਐਰਰ टाइम्स 2 है तो 1.5 डिवाइडेड बाय 2 करके एरर नहीं कटांगे, दोनों का सम हो रहा है। इट इज
it is increased to 3.5%. ਲਾਸਟ ਕੋਈ x ਹੈ ਜਿਹੜੀ a b upon c ਤੇ ਨਿਰਭਰ ਕਰਦੀ ਹੈ ਫਾਰਮੂਲੇ ਤੇ, ਇੱਕ y ਹੈ ਜਿਹਦੇ ਵਿੱਚ a ਦੀ 3 b ਦੀ 2 c 4 ਕੋਈ ਫਾਰਮੂਲਾ ਜਿਸ ਤੇ y ਦੀ ਵੈਲਿਊ ਨਿਰਭਰ ਕਰਦੀ ਹੈ। a b ਤੇ c ਦੇ ਵਿੱਚ if errors in measurement of VC are 2%, 3% and 4% respectively, find error in measurement of x and y। ਕੀ ਦੇਖ ਰਹੇ ਹਾਂ, ਇਹ ਰੇਸ਼ੋ ਫਾਰਮੂਲੇ ਦੇ ਵਿੱਚ ਐਰਰਸ ਐਡ ਹੁੰਦੀਆਂ ਨੇ, ਇਹਦੇ ਵਿੱਚ ਐਰਰ ਐਡ ਹੋਣ ਤੋਂ ਬਾਅਦ ਪਹਿਲਾਂ ਇਕੱਲੇ ਨਾਲ ਮਲਟੀਪਲਾਈ ਹੁੰਦੀਆਂ ਨੇ, ਤਾਂ ਐਕਸ ਦੇ ਵਿੱਚ ਐਰਰ ਕਿੰਨੀ ਹੋਏਗੀ, ਐਰਰ ਇਨ A, ਪਰਸੈਂਟੇਜ ਐਰਰ ਇਨ B, ਪਰਸੈਂਟੇਜ ਐਰਰ ਇਨ C, 2 + 3 + 4 it is 9%। y ਐਰਰ ਕੱਢਣ ਲਈ ਕੀ ਕਰਾਂਗੇ, 3 times percentage error in A plus 2 times percentage error in B plus 4 times percentage error in C। It comes out to be 3 into 2, 2 into 3 plus 4 into 4. It comes out to be 28%. It is very significant. It is very sensitive issue। देखो A, B ਤੇ C ਦੇ ਵਿੱਚ ਵੱਧ ਤੋਂ ਵੱਧ ਐਰਰ ਕਿੰਨੀ ਅਸੀਂ ਨੋਟ ਕੀਤੀ ਸੀ 4%, ਪਰ Y ਜਦੋਂ ਅਸੀਂ ਕੱਲੀ ਐਰਰ ਪੁੱਟ ਕੀਤੀ, y ਦੇ ਵਿੱਚ ਕਿੰਨੀ ਐਰਰ ਐਡ ਅਪ ਹੋਊਗੀ, ਪ੍ਰੋਪੀਗੇਟ ਹੋ ਕੇ ਕਿੰਨੀ ਐਰਰ ਬਣ ਗਈ, ਇਟ ਇਜ਼ 28%। ਇਹ ਜਿਹੜਾ ਲੈਕਚਰ ਹੈ ਇਹਦਾ ਏਮ ਹੈ ਕਿ ਸਾਨੂੰ ਜਿਹੜੀਆਂ ਐਰਰਸ ਨੇ ਉਹਨਾਂ ਨੂੰ ਬੜੇ ਧਿਆਨ ਨਾਲ, ਸਾਨੂੰ ਜਿਹੜੀਆਂ ਐਰਰਸ ਨੇ ਬੜੇ ਧਿਆਨ ਦੇ ਨਾਲ ਸਾਨੂੰ ਇਹਨਾਂ ਨੂੰ ਮੈਜ਼ਰਮੈਂਟਸ ਕਰਨਾ ਪਏਗਾ, ਅਦਰਵਾਈਜ਼ ਛੋਟੀਆਂ ਐਰਰ ਜਿਹੜੀਆਂ ਨੇ they will they end up into huge errors। Students, this was the aim of this lecture। I hope ਤੁਹਾਨੂੰ ਇਹ ਲੈਕਚਰ ਤੋਂ ਕਾਫੀ ਚੀਜ਼ਾਂ ਦਾ ਪਤਾ ਲੱਗਿਆ ਹੋਵੇਗਾ। ਤੇ ਅਸੀਂ ਇੱਕ ਹੋਰ ਸੈਸ਼ਨ ਕੁਝ ਟਾਈਮ ਬਾਅਦ ਸ਼ੇਅਰ ਕਰਾਂਗਾ ਮੈਂ ਤੁਹਾਡੇ ਨਾਲ। ਸੋ ਥੈਂਕ ਯੂ ਸੋ ਮਚ।